Hello students and I welcome you all in this channel of economics। ਤਾਂ ਆਪਣਾ ਅੱਜ ਦਾ ਜਿਹੜਾ ਟੌਪਿਕ ਹੈ ਉਹ ਆਪਣੇ ਪਿਛਲੇ ਟੌਪਿਕ ਨੂੰ ਹੀ ਆਪਾਂ ਕੰਟੀਨਿਊ ਕਰਨ ਜਾ ਰਹੇ ਹਾਂ। ਇਹ ਆਪਣਾ ਪਿਛਲਾ ਟੌਪਿਕ ਹੈ ਜਿਹੜਾ ਆਪਾਂ ਕੀਤਾ ਸੀ ਜਿੰਦੇ ਚ ਆਪਾਂ ਸੀਮਾਂਤ ਅਵਸਰ ਲਾਗਤ ਜਿਹੜੀ ਹੈ ਉਹ ਕੈਲਕੂਲੇਟ ਕੀਤੀ ਸੀ, ਜਿੰਦੇ ਚ ਆਪਾਂ ਇਹ ਕਿਹਾ ਸੀ ਵੀ ਅਵਸਰ ਲਾਗਤ ਤੇ ਸੀਮਾਂਤ ਅਵਸਰ ਲਾਗਤ ਵਿੱਚ ਕੀ ਫਰਕ ਹੈ ਵੀ ਇੱਕ ਚੀਜ਼ ਵਧਾਉਣ ਪਿੱਛੇ ਦੂਜੀ ਚੀਜ਼ ਤੁਸੀਂ ਜਿੰਨੀ ਛੱਡਦੇ ਹੋ ਉਹ ਕੀ ਹੈ ਉਹ ਤੁਹਾਡੀ ਅਵਸਰ ਲਾਗਤ ਹੋਏਗੀ, ਪਰ ਇੱਕ ਚੀਜ਼ ਲੈਣ ਵਾਸਤੇ ਤੁਸੀਂ ਦੂਜੀ ਕਿੰਨੀ ਛੱਡਦੇ ਹੋ ਉਹ ਕੀ ਹੋਏਗਾ ਸੀਮਾਂਤ ਅਵਸਰ ਲਾਗਤ ਹੋਏਗੀ। ਤਾਂ ਆਪਾਂ ਦੋਨੋਂ ਚੀਜ਼ਾਂ ਕੈਲਕੂਲੇਟ ਕੀਤੀਆਂ ਸੀ। ਲਾਸਟ ਵਿੱਚ ਆ ਕੇ ਆਪਾਂ ਸੀਮਾਂਤ ਅਵਸਰ ਲਾਗਤ ਦਾ ਫਾਰਮੂਲਾ ਵੀ ਬਣਾਇਆ ਸੀ, ਉਤਪਾਦਨ ਵਿੱਚ ਹੋਣ ਵਾਲੀ ਕਮੀ ਡਿਵਾਈਡਡ ਬਾਈ ਉਤਪਾਦਨ ਵਿੱਚ ਹੋਣ ਵਾਲਾ ਵਾਧਾ। ਹੁਣ ਆਪਾਂ ਇਸੇ ਚੀਜ਼ ਨੂੰ ਯੂਜ਼ ਕਰਾਂਗੇ ਆਪਣੀ ਉਤਪਾਦਨ ਸੰਭਾਵਨਾ ਵਕਰ ਦੀ ਦੂਸਰੀ ਵਿਸ਼ੇਸ਼ਤਾ ਨੂੰ ਦਿਖਾਉਣ ਵਾਸਤੇ, ਕਿਉਂਕਿ ਪਹਿਲੀ ਵਿਸ਼ੇਸ਼ਤਾ ਚ ਆਪਾਂ ਇਹ ਕਿਹਾ ਸੀ ਵੀ ਜਿਹੜੀ ਉਤਪਾਦਨ ਸੰਭਾਵਨਾ ਵਕਰ ਹੈ ਉਹਦੀ ਢਲਾਨ ਕੀ ਹੁੰਦੀ ਹੈ ऋणात्मक ਹੁੰਦੀ ਹੈ। ਉਹ ਆਪਾਂ ਪ੍ਰੂਫ ਕਰ ਲਿਆ ਸੀ ਕਿਉਂਕਿ ਦੋਨਾਂ ਚੀਜ਼ਾਂ ਦੇ ਵਿੱਚ ਨੈਗੇਟਿਵ ਰਿਲੇਸ਼ਨ ਜਿਹੜਾ ਉਹ ਹੋਇਆ ਕਰੇਗਾ। ਆਨਸਰ ਜਿਹੜਾ ਢਲਾਨ ਦਾ ਉਹ ਮਾਈਨਸ ਦੇ ਵਿੱਚ ਆਏਗਾ। ਹੁਣ ਆਪਾਂ ਪ੍ਰੂਫ ਕਰਾਂਗੇ ਵੀ ਜਿਹੜੀ ਉਤਪਾदन संभावना वक्र ਦੀ ढलान है वो ऋणात्मकता है, पर ऋणात्मक केड़ी है कोई सीधी रेखा वाली ऋणात्मक नहीं है, कोई कन्वेक्स वाली ऋणात्मक नहीं है, बल्कि कनकेव वाली नतोदर वाली ऋणात्मक है। ਹੁਣ ਨਤੋਦਰ ਵਾਲੀ ऋणात्मक ਨੂੰ ਪ੍ਰੂਫ ਕਰਨ ਵਾਸਤੇ ਆਪਾਂ ਨੂੰ ਲੋੜ ਪਏਗੀ ਸੀਮਾਂਤ ਅਵਸਰ ਲਾਗਤ ਦੀ। ਤਾਂ ਹੀ ਇਹ ਟੌਪਿਕ ਜਿਹੜਾ ਹੈ ਉਹ ਮੈਂ ਤੁਹਾਨੂੰ ਵਿੱਚ ਵਿਚਕਾਰ ਕਰਾਇਆ ਸੀ। ਤਾਂ ਹੁਣ ਆਪਾਂ ਦੁਬਾਰਾ ਤੋਂ ਕੀ ਕਰਦੇ ਆ ਆਪਣੀ ਉਤਪਾਦਨ ਸੰਭਾਵਨਾ ਵਕਰ ਜਿਹੜੀ ਹੈ ਉਹ ਬਣਾ ਲੈਂਦੇ ਆ। ਤਾਂ ਆਪਾਂ ਇੱਕ ਉਤਪਾਦਨ ਸੰਭਾਵਨਾ ਵਕਰ ਬਣਾਉਣ ਲੱਗੇ ਆ। ਹਮੇਸ਼ਾ ਦੀ ਤਰ੍ਹਾਂ ਕੀ ਹੋਏਗਾ x ਐਕਸਿਸ ਹੈ y एक्सिस है, पॉइंट ऑफ ओरिजिन है, ਇੱਥੇ ਆਪਾਂ ਵਸਤੂ x ਲੈਣ ਲੱਗੇ ਆ ਤੇ ਇੱਥੇ ਆਪਾਂ ਵਸਤੂ y ਲੈਣ ਲੱਗੇ ਆ। ਤਾਂ ਆ ਆਪਣੀ ਉਤਪਾਦਨ ਸੰਭਾਵਨਾ ਵਕਰ ਆ ਜਾਏਗੀ a b। ਹੁਣ ਨਜ਼ਰ ਆ ਰਿਹਾ ਹੈ ਵੀ ਇਹਦੀ ਢਲਾਨ ਜਿਹੜੀ ਹੈ ਉਹ ਨਤੋਦਰ ਹੈ, ਔਰ ਕੁਐਸਚਨ ਉੱਠਿਆ ਕਿ ਨਤੋਦਰ ਕਿਉਂ ਹੈ ਉਹਦੀ ਆਪਾਂ ਗੱਲ ਕਰਦੇ ਆ। ਤਾਂ ਦੇਖੋ ਸ਼ੁਰੂਆਤ ਦੇ ਵਿੱਚ ਆਪਾਂ ਮੰਨ ਲੈਂਦੇ ਆ ਵੀ ਆਪਾਂ ਇਸ c ਪੁਆਇੰਟ ਤੇ ਆ। C पॉइंट तो ਆਪਾਂ ਆ ਸਾਰਾ ਚੱਲਿਆ x x1 ਤੇ y y1। ਅਗਰ ਆਪਾਂ y ਦਾ ਉਤਪਾਦਨ ਵਧਾ ਕੇ y2 ਕਰਨਾ ਹੈ ਤਾਂ ਕੀ ਕਰਨਾ ਪਏਗਾ। ਹੁਣ ਤੱਕ ਤੁਹਾਨੂੰ ਸਮਝ ਆ ਚੁੱਕੀ ਹੋਏਗੀ ਵੀ अगर y ਦਾ ਉਤਪਾਦਨ ਵਧਾਣਾ ਹੈ ਤਾਂ x ਦਾ ਉਤਪਾਦਨ ਕੀ ਕਰਨਾ ਪਏਗਾ ਘਟਾਣਾ ਪਏਗਾ। ਤਾਂ ਆਪਾਂ x ਦਾ ਉਤਪਾਦਨ ਜਿਹੜਾ ਹੈ ਉਹ ਘਟਾ ਦਿੰਦੇ ਆ, ਇਹ ਆਪਣੇ ਆਪ ਹੀ ਘਟ ਜਾਏਗਾ। ਜਦੋਂ ਤੁਸੀਂ y ਤੋਂ ਸਾਹਮਣੇ ਉਤਪਾਦਨ ਸੰਭਾਵਨਾ ਵਕਰ ਤੇ ਜਾਓਗੇ ਤਾਂ ਉੱਥੇ ਕੀ ਹੋ ਜਾਏਗਾ d ਪੁਆਇੰਟ ਆਏਗਾ। d ਪੁਆਇੰਟ ਦੇ ਮੁਤਾਬਿਕ ਤੁਸੀਂ ਥੱਲੇ ਆਏ ਤਾਂ ਆ ਕੀ ਹੋ ਜਾਏਗਾ ਤੁਹਾਡਾ x2 ਹੋ ਜਾਏਗਾ। ਜਿਵੇਂ ਹੀ ਤੁਸੀਂ y ਵਧਾਇਆ x ਕੀ ਹੋ ਜਾਣਾ ਹੈ ਘੱਟ ਹੋ ਜਾਣਾ ਹੈ। ठीक है जी। ਤਾਂ ਹੁਣ ਅਗਰ ਆਪਾਂ ਉਤਪਾਦਨ ਸੰਭਾਵਨਾ ਵਕਰ ਦੀ ਢਲਾਨ ਨਿਕਾਲੀਏ ਤਾਂ ਮੈਂ ਤੁਹਾਨੂੰ ਪਿਛਲੇ ਲੈਕਚਰ ਸਮਝਾਇਆ ਸੀ ਵੀ ਢਲਾਨ ਦਾ ਇੱਕ ਯੂਨੀਵਰਸਲ ਫਾਰਮੂਲਾ ਹੁੰਦਾ ਹੈ। ਕੀ ਹੁੰਦਾ ਹੈ ਵਰਟੀਕਲ ਅਪਨ ਹੌਰੀਜ਼ੌਂਟਲ, ਖੜਵੀਂ ਬਟਾ ਲੇਟਵੀਂ। ਤਾਂ ਖੜਵੀਂ ਕਿੰਨੀ ਹੋਈ ਆਪਣੀ y1 y2, ਲੇਟਵੀਂ ਕਿੰਨੀ ਹੋਈ ਆਪਣੀ x1 x2। ਤਾਂ ਇਹ ਆਪਣੀ ਇਹਦੀ ਢਲਾਨ ਨਿਕਲ ਗਈ। ਹੁਣ ਜਿਹੜਾ y1 y2 ਹੈ ਉਹ ਕੀ ਹੋ ਗਿਆ ਪਲੱਸ ਕਿਉਂਕਿ ਉਹ ਵਧਿਆ, x1 x2 ਕੀ ਹੋ ਗਿਆ ਮਾਈਨਸ ਕਿਉਂਕਿ ਉਹ ਘਟਿਆ ਹੈ। ਤਾਂ ਅਲਟੀਮੇਟਲੀ ਢਲਾਨ ਦਾ ਆਨਸਰ ਕਿੰਨੇ ਚ ਆਏਗਾ ਮਾਈਨਸ ਦੇ ਵਿੱਚ ਆਏਗਾ। ਹੁਣ ਆ ਕੀ ਚੀਜ਼ ਹੈ ਇਹ ਡੈਲਟਾ y ਹੈ, ਆ ਕੀ ਚੀਜ਼ ਹੈ ਡੈਲਟਾ x ਹੈ। ਹੁਣ ਅਗਰ ਆਪਾਂ ਇਹਨੂੰ ਪ੍ਰੂਫ ਕਰੀਏ ਤਾਂ ਕੀ ਹੋਇਆ ਸਪੋਜ਼ ਕਰੋ ਕਿ ਇੱਥੇ y 10 ਹੈਗੇ ਸੀ, ਬਾਅਦ ਚ y ਕਿੰਨੇ ਹੋ ਗਏ 20 ਹੋ ਗਏ। यानी मैं y1 ਨੂੰ ਕਿੰਨਾ ਮੰਨ ਲਿਆ 10, y2 ਨੂੰ ਕਿੰਨਾ ਮੰਨ ਲਿਆ 20। ਇੱਥੇ x ਜਿਹੜੇ ਨੇ ਉਹ ਸ਼ੁਰੂਆਤ ਦੇ ਵਿੱਚ ਮੰਨ ਲਓ 50 ਹੈਗੇ ਸੀ, ਹੁਣ ਇਹ ਘਟ ਕੇ ਕਿੰਨੇ ਹੋ ਗਏ ਮੰਨ ਲਓ 45 ਹੋ ਗਏ। ਤਾਂ ਹੁਣ ਕੀ ਹੋਇਆ ਆਪਾਂ ਕਿਹਾ ਵੀ ਢਲਾਨ ਕਿੰਨੇ ਬਰਾਬਰ ਹੈ y1 y2 ਡਿਵਾਈਡਡ ਬਾਈ x1 x2 ਖੜਵੀਂ ਬਟਾ ਲੇਟਵੀਂ। ਤਾਂ ਖੜਵੀਂ ਕੀ ਹੋਈ ਹੈ ਪਲੱਸ, ਲੇਟਵੀਂ ਕੀ ਹੋਈ ਹੈ ਮਾਈਨਸ। यानी कि आ 10 सी ए हो गया 20। बदलाव कितना आया ਇਹਦੇ ਵਿੱਚ ਆਪਣੇ ਕੋਲ 10 ਦਾ ਬਟਾ ਘਟਾਵ ਕਿੰਨਾ ਆਇਆ ਪਹਿਲਾਂ 50 ਸੀ ਹੁਣ 45 ਹੈ ਤਾਂ ਕਿੰਨੇ ਘਟੇ 5। आ 5 घट गए आ 10 ਵੱਧ ਗਏ। 10 ਬਟਾ 5 ਕਿੰਨਾ ਆ ਗਿਆ 2। 2 ਆਇਆ ਕਿੰਨਾ ਮਾਈਨਸ ਦਾ
यानी ਆਪਾਂ 10 ਚੀਜ਼ਾਂ ਲੈਣ ਵਾਸਤੇ 5 ਚੀਜ਼ਾਂ ਛੱਡੀਆਂ ਤਾਂ ਮੈਂ ਕਿਹਾ ਸੀ ਜੋ ਛੱਡਿਆ ਉਹ ਕੀ ਹੈ ਉਹ ਅਵਸਰ ਲਾਗਤ ਹੈ ਤਾਂ ਛੱਡੇ ਕਿੰਨੇ 5 ਉਹ ਕੀ ਹੋਏਗੀ ਅਵਸਰ ਲਾਗਤ ਪਰ ਜੋ ਆਨਸਰ ਆਇਆ ਤਾਂ 2 ਆਇਆ ਹੁਣ ਉਹ ਕਹਿੰਦਾ ਹੈ ਕਿ ਤੁਸੀਂ 10 ਪਿੱਛੇ 5 ਛੱਡੇ ਫਿਰ ਇੱਕ ਪਿੱਛੇ ਕਿੰਨੇ ਛੱਡੇ 2 ਤਾਂ सीमांत अवसर लागत कितनी आएगी -2 यानी सोचो कि ਜਿਹੜੀ ढलान है ਉਹਦਾ आंसर कितने बराबर आ रहा है वो सीमांत अवसर लागत ਦੇ बराबर आ रहा है देखो 10 ले रहे हो 5 ਛੱਡ ਰਹੇ ਹੋ ਤਾਂ ਫਿਰ ਇੱਕ ਪਿੱਛੇ ਕਿੰਨੇ ਛੱਡ ਰਹੇ ਹੋ ਆਪਾਂ 2 ਤਾਂ सीमांत अवसर लागत कितनी होएगी 2 होएगी पर कितने ਚ होएगी माइनस ਦੇ ਵਿੱਚ होएगी ठीक हो गया सही कर रहे हैं कि गलत सोच के देखो सही कर रहे हैं कि गलत कर रहे हैं बेटा ਆਪਾਂ ਕੀ ਕੀਤਾ ਸੀ ਆਪਾਂ ਕਿਹਾ ਸੀ ਜਿਹੜਾ ਸੰਭਾਵਨਾ ਵਕਰ ਹੈ ਉਹ ਤੇ ਕੀ ਹੈ ਉਹਦੇ ਵਿੱਚ ਹੈ ਉਤਪਾਦਨ ਵਿੱਚ ਹੋਣ ਵਾਲੀ ਕਮੀ ਬਟਾ ਉਤਪਾਦਨ ਵਿੱਚ ਹੋਣ ਵਾਲਾ ਵਾਧਾ ਤਾਂ ਕਮੀ ਕਿੰਨੀ ਹੋਈ 5 ਦੀ ਵਾਧਾ ਕਿੰਨਾ ਹੋਇਆ 10 ਦਾ ਤਾਂ ਫਿਰ ਆ 5 ਦੀ ਕੀ ਹੋਈ ਹੈ ਕਮੀ ਯਾਨੀ ਕਿੰਨੇ ਜਾਏਗਾ ਮਾਈਨਸ ਦੇ ਵਿੱਚ ਵਾਧਾ ਕਿੰਨੇ ਚ ਹੋਇਆ ਪਲੱਸ ਦੇ ਵਿੱਚ ਆਨਸਰ ਕਿੰਨਾ ਆਇਆ -1/2 ਤਾਂ ਇਹਦੀ ਢਲਾਨ ਜਿਹੜੀ ਸੀਮਾਂਤ ਅਵਸਰ ਲਾਗਤ ਹੈ ਉਹ ਕਿੰਨੇ ਬਰਾਬਰ ਹੈ ਤਾਂ ਇੱਥੋਂ ਆਪਾਂ ਸੀਮਾਂਤ ਅਵਸਰ ਲਾਗਤ ਜਿਹੜੀ ਹੈ ਉਹ ਕਿੰਨੇ ਬਰਾਬਰ ਹੋਗੀ ਉਹ ਹੋਗੀ -1/2 पर अगर ਆਪਾਂ ढलान देखिए ਤਾਂ ढलान कितने बराबर है खड़वी बटा लेटवी खड़वा कितना है 10 लेटवा कितना है 5 ਤਾਂ कितना आ गया 2 आ गया ਤਾਂ देखो ਉਹ -1/2 ਆਂਦਾ ਪਿਆ ਉਹ ਕਿੰਨਾ ਆਂਦਾ ਪਿਆ 2 ਪਰ 2 ਵੀ ਕਿੰਦਾ ਖੜਵਾ ਕੀ ਹੈ प्लस लेटवा की है माइनस ਤਾਂ आंसर कितना आएगा -2 ਉਹ -1/2 है वो -2 है ਤਾਂ ढलान की हो रहा है उल्टा जा रही है किंदे सीमांत अवसर लागत दे ठीक हो गया ਤਾਂ बताओगे भी सीमांत अवसर लागत ते ढलान ਦਾ ਆਪਸ ਬੜਾ ਗਹਿਰਾ ਸੰਬੰਧ ਹੈ ਦੋਨੋਂ ਇੱਕ ਦੂਜੇ ਦੇ ਉਲਟੇ ਹੁੰਦੇ ਨੇ ਤਾਂ ਹੁਣ ਕੀ ਹੋ ਰਿਹਾ ਹੈ ਅਗਰ ਆਪਾਂ ਇੱਥੇ ਦੇਖੀਏ ਤਾਂ ਹੁਣ ਆਪਾਂ ਇੱਥੋਂ अब 10 बताए ਉਹਦੇ ਸੇ ਆਪਾਂ 5 ਛੱਡੇ ਆਪਾਂ ਇੱਥੋਂ y ਤੋਂ y3 ਤੇ ਚਲੇ ਗਏ y3 ਤੇ ਜਾ ਕੇ ਹੁਣ ਆਪਾਂ ਇਹਦੇ ਮੁਤਾਬਿਕ ਇੱਥੇ x3 ਤੇ ਆ ਗਏ ਜਿੰਨਾ y ਪਹਿਲਾਂ ਵਧਾਇਆ ਸੀ ਹੁਣ ਵੀ ਉਨਾ ਹੀ y ਵਧਾਇਆ ਹੈ ਹੁਣ x ਪਹਿਲਾਂ ਨਾਲੋਂ ਜ਼ਿਆਦਾ ਛੱਡਣਾ ਪਿਆ ਮਤਲਬ सीमांत अवसर लागत ਕੀ ਹੋਗੀ ਵੱਧ ਗਈ ਫਿਰ ਆਪਾਂ y ਹੋਰ ਵਧਾਇਆ ਹੁਣ ਉਹਦੇ ਵਾਸਤੇ ਆਪਾਂ ਅਗਰ x ਤੇ ਆਈਏ x4 ਆ ਗਿਆ ਆਪਾਂ x ਹੋਰ ਜ਼ਿਆਦਾ ਛੱਡਿਆ y ਹੋਰ ਵਧਾਤਾ ਉਹਦੇ ਮੁਤਾਬਿਕ x5 ਆ ਗਿਆ x ਹੋਰ ਜ਼ਿਆਦਾ ਛੱਡਤਾ ਯਾਨੀ ਹੋ ਕੀ ਰਿਹਾ ਪਹਿਲਾ x ਇੰਨਾ ਛੱਡਦੇ ਪਿਆ ਦੂਜਾ ਇੰਨਾ ਤੀਜੇ ਹੋਰ ਜ਼ਿਆਦਾ ਚੌਥੇ ਹੋਰ ਜ਼ਿਆਦਾ हर वाली x ਜਿਹੜਾ ਹੈ ਉਹ ਪਹਿਲਾਂ ਨਾਲੋਂ ਜ਼ਿਆਦਾ ਛੱਡਿਆ ਜਾ ਰਿਹਾ ਹੈ ਮਤਲਬ सीमांत अवसर लागत ਕੀ ਹੋ ਰਹੀ ਹੈ ਹਰ ਵਾਰੀ ਪਹਿਲਾਂ ਨਾਲੋਂ ਵੱਧ ਰਹੀ ਹੈ ਜੇ सीमांत अवसर लागत ਵਧੇਗੀ ਤਾਂ ਕੀ ਹੋਏਗਾ ढलान की बन जाएगी कंकेव बन जाएगी देखो सीमांत अवसर लागत ਦੇ ਵਧਣ ਦਾ ਕੀ ਹੈ ਵੀ ਜੋ ढलान है ਉਹ ਕੀ ਹੈ कंकेव है यानी कि नतोदर है ਹੁਣ ਇਸ ਡਾਇਗਰਾਮ ਤੋਂ ਆਪਾਂ ਦੋ ਚੀਜ਼ਾਂ ਸਿੱਖੀਆਂ ਪਹਿਲਾ ਕੀ ਸਿੱਖ ਸਕਦੇ ਹਾਂ ਆਪਾਂ ਇਹਦੇ ਤੋਂ सीमांत अवसर लागत पता लगा सकते हैं ਤਾਂ सीमांत अवसर लागत ਦੇ ਲਗਾਤਾਰ ਵਧਣ ਕਰਕੇ ਯਾਨੀ ਹਰ ਵਾਰ ਪਹਿਲਾਂ ਨਾਲੋਂ ਜ਼ਿਆਦਾ ਚੀਜ਼ਾਂ ਛੱਡਣ ਕਰਕੇ ਹੀ ढलान ਜਿਹੜੀ ਹੈ ਉਹ ਕੰਕੇਵ ਬਣਦੀ ਹੈ ਦੂਜਾ ਆਪਾਂ ਕੀ ਨਿਕਾਲ ਸਕਦੇ ਹਾਂ ढलान ਵੀ ਨਿਕਾਲ ਸਕਦੇ ਹਾਂ ढलान ਨਿਕਾਲਣ ਦਾ ਫਾਰਮੂਲਾ ਕੀ ਹੈ ਖੜਵੀ ਬਟਾ ਲੇਟਵੀ ਤਾਂ ਜੋ ਤੁਹਾਡੀ सीमांत अवसर लागत आएगी ढलान ਹੁੰਦੇ ਉਲਟਾ ਆਏਗੀ ਤੁਸੀਂ ਉਸ ਚੀਜ਼ ਨੂੰ ਚੈੱਕ ਕਰ ਸਕਦੇ ਹੋ ਠੀਕ ਹੋ ਗਿਆ ਜੀ ਹੁਣ ਦੋ ਕੁਐਸਚਨ ਜਾਂ ਦੋ ਵਿਸ਼ੇਸ਼ਤਾਵਾਂ ਕਈ ਵਾਰੀ ਪੇਪਰ 'ਚ ਇਕੱਠੀਆਂ ਆ ਜਾਂਦੀਆਂ ਨੇ ਤਾਂ ਬੱਚੇ ਉਹਦੇ 'ਚ ਕਨਫਿਊਜ਼ ਹੋ ਜਾਂਦੇ ਨੇ ਪਹਿਲਾ ਆਉਂਦਾ ਹੈ ਵੀ ਜਿਹੜੀ सीमांत ਜਿਹੜੀ ਆਪਣੀ ਉਤਪਾਦਨ ਸੰਭਾਵਨਾ ਵਕਰ ਹੈ ਉਹਦੀ ढलान ऋणात्मक ਕਿਉਂ ਹੁੰਦੀ ਹੈ ਤਾਂ ऋणात्मक ਇਸ ਕਰਕੇ ਹੁੰਦੀ ਹੈ ਕਿਉਂਕਿ ਦੋ ਵਸਤੂਆਂ ਦੇ ਵਿੱਚ ਉਲਟਾ ਸੰਬੰਧ ਪਾਇਆ ਜਾਂਦਾ ਹੈ ਅਗਰ ਇੱਕ ਵਸਤੂ ਦਾ ਉਤਪਾਦਨ ਵਧੇਗਾ ਤਾਂ ਦੂਜੀ ਵਸਤੂ ਦਾ ਉਤਪਾਦਨ ਘਟਾਣਾ ਪਏਗਾ ਕਿਉਂ ਕਿਉਂਕਿ ਸਾਧਨ ਜਿਹੜੇ ਨੇ ਉਹ ਆਪਾਂ ਨੂੰ ਪਹਿਲੇ ਵਾਲੀ ਵਸਤੂ ਤੇ ਲੈ ਕੇ ਆਣੇ ਪੈਣਗੇ ਇਹ ਤਾਂ ਪਹਿਲਾ ਕਾਰਨ ਹੋ ਗਿਆ दूसरा कारण ਜਿਹੜਾ ਉਹ ਹੈ
ਕੀ ਹੈ, ਹੁਣ ਦੋਨਾਂ ਦਾ ਆਨਸਰ ਅਲੱਗ-ਅਲੱਗ ਹੈ। ਬੱਚੇ ਕਨਫਿਊਜ਼ ਹੋ ਜਾਂਦੇ ਨੇ ਜਦੋਂ ਤਾਂ ਰਿਣਾਤਮਕ ਦਾ ਆਨਸਰ ਦੇਣਾ ਹੈ ਤਾਂ ਇਹ ਦੇਣਾ ਹੈ ਕਿ ਦੋਨਾਂ ਵਸਤੂਆਂ ਦੇ ਵਿੱਚ ਰਿਣਾਤਮਕ ਸੰਬੰਧ ਹੈ, ਅਗਰ ਇੱਕ ਦਾ ਉਤਪਾਦਨ ਵਧੇਗਾ ਤਾਂ ਦੂਜੇ ਦਾ ਉਤਪਾਦਨ ਘਟਾਉਣਾ ਪਏਗਾ। ਨਤੋਦਰ ਕਿਉਂ ਹੈ, ਉਹ ਕਹਿੰਦਾ ਵੀ ਜਦੋਂ ਇੱਕ ਦਾ ਉਤਪਾਦਨ ਵਧਾਵਾਂਗੇ ਤਾਂ ਦੂਜੇ ਦਾ ਘਟਾਉਣਾ ਪਏਗਾ, ਪਰ ਹਰ ਵਾਰੀ ਪਹਿਲਾਂ ਨਾਲੋਂ ਜ਼ਿਆਦਾ ਘਟਾਉਣਾ ਪਏਗਾ, ਮਤਲਬ ਸੀਮਾਂਤ ਅਵਸਰ ਲਾਗਤ ਜਿਹੜੀ ਹੈ ਉਹ ਕੀ ਹੋਏਗਾ, ਵਧੇਗੀ। ਤਾਂ ਸੀਮਾਂਤ ਅਵਸਰ ਲਾਗਤ ਦੇ ਲਗਾਤਾਰ ਵਧਣ ਕਰਕੇ ਜਿਹੜੀ ਉਤਪਾਦਨ ਸੰਭਾਵਨਾ ਵਕਰ ਦੀ ਢਲਾਨ ਹੈ ਉਹ ਕੀ ਬਣ ਜਾਂਦੀ ਹੈ, ਨਤੋਦਰ ਬਣ ਜਾਂਦੀ ਹੈ। ਜਦੋਂ ऋणात्मक आंसर देना है तो दोनों च नेगेटिव रिलेशन प्रूफ करना है। ਜਦੋਂ ਆਪਾਂ ਇਹ ਕਹਿਣਾ ਹੈ ਵੀ ਨਤੋਦਰ ਕਿਉਂ ਹੈ, ਉਦੋਂ ਆਪਾਂ ਸੀਮਾਂਤ ਅਵਸਰ ਲਾਗਤ ਦਾ ਲੌਜਿਕ ਦੇਣਾ ਹੈ ਕਿ ਸੀਮਾਂਤ ਅਵਸਰ ਲਾਗਤ ਲਗਾਤਾਰ ਵਧਦੀ ਹੈ, ਜਿਸ ਕਰਕੇ ਕੀ ਹੋਏਗਾ, ਆਪਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਛੱਡਣਾ ਪਏਗਾ, ਤਾਂ ਕੀ ਹੋਏਗਾ, ਢਲਾਨ ਜਿਹੜੀ ਹੈ ਉਹ ਨਤੋਦਰ ਬਣ ਜਾਏਗੀ। ਤਾਂ ਇਹ ਦੋ ਕਾਰਨ ਜਿਹੜੇ ਨੇ ਉਹ ਉਤਪਾਦਨ ਸੰਭਾਵਨਾ ਵਕਰ ਦੀਆਂ ਵਿਸ਼ੇਸ਼ਤਾਵਾਂ ਨੂੰ एक्सप्लेन करते हैं। तीसरी चीज, हुण ਇਹਦੇ ਚ ਆਪਾਂ ਇੱਕ ਚੀਜ਼ ਹੋਰ ਲੈ ਸਕਦੇ ਹਾਂ, ਆਪਾਂ ਫਿਰ ਤੋਂ ਆਪਣਾ ਉਹੀ ਪੁਰਾਣਾ ਟੇਬਲ ਜਿਹੜਾ ਹੈ ਉਹ ਬਣਾ ਲੈਂਦੇ ਆ। ਇੱਥੇ ਕੀ ਆ ਜਾਏਗਾ, ਇੱਥੇ ਆ ਜਾਏਗਾ ਉਤਪਾਦਨ ਦੇ ਜੋੜੇ, ਇੱਧਰ ਆ ਜਾਣਗੇ ਉਵੇਂ ਹੀ ਮੋਟਰਸਾਈਕਲ ਤੇ ਇੱਧਰ ਆ ਜਾਏਗੀ ਕਾਰ। ਪੁਰਾਣਾ ਟੇਬਲ ਬਣਾ ਲੈਂਦੇ ਆ, A B C D ਤੇ E, इधर 100 है, इधर 0 है, 90 है, 10 है, 70 है, 20 है, 40 है, 30 है, 0 है ਤੇ 40 है। ਇੱਥੇ ਉਵੇਂ ਹੀ ਆਪਾਂ ਕੀ ਕਰਦੇ ਆ, ਅਵਸਰ ਲਾਗਤ ਨਿਕਾਲ ਲੈਂਦੇ ਆ। ਠੀਕ ਹੈ ਜੀ, ਪਹਿਲੇ ਦਿਨ ਨਿਕਲੇਗੀ, ਜੋ ਛੱਡਿਆ 10 ਛੱਡੇ, ਫਿਰ 20 ਛੱਡੇ, ਫਿਰ 30 ਛੱਡੇ, ਫਿਰ 40 ਛੱਡੇ। ਐਵੇਂ ਹੀ ਇੱਥੇ ਆਪਾਂ ਸੀਮਾਂਤ ਅਵਸਰ ਲਾਗਤ ਨਿਕਾਲ ਲੈਂਦੇ ਆ। ਤਾਂ 10 ਛੱਡੇ ਕਿੰਨੇ ਪਿੱਛੇ, 10 ਪਿੱਛੇ, ਤਾਂ 10/10 1। ਇੱਧਰ ਹੁਣ ਦੇਖੋ ਆਪਾਂ ਇੱਥੇ ਕਿੰਨੇ ਛੱਡੇ, 20, ਕਿੰਨੇ ਪਿੱਛੇ, 10 ਪਿੱਛੇ, 10 ਪਿੱਛੇ 20 ਮਤਲਬ 1 ਪਿੱਛੇ ਕਿੰਨੇ, 2, ਤਾਂ ਸੀਮਾਂਤ ਅਵਸਰ ਲਾਗਤ ਕਿੰਨੀ, 2। ਇੱਥੇ 10 ਛੱਡੇ, ਠੀਕ ਹੈ, ਔਰ 10 ਲਏ ਤੇ ਇੱਧਰ ਕਿੰਨੇ ਛੱਡੇ, 30, ਤਾਂ 30 ਛੱਡੇ ਕਿੰਨੇ ਪਿੱਛੇ, 10 ਪਿੱਛੇ, ਤਾਂ ਸੀਮਾਂਤ ਅਵਸਰ ਲਾਗਤ 3। ਇੱਧਰ 10 ਲਏ, ਕਿੰਨੇ ਛੱਡੇ, 40, ਤਾਂ 1 ਪਿੱਛੇ ਕਿੰਨੇ ਛੱਡੇ, 4, ਤਾਂ ਸੀਮਾਂਤ ਅਵਸਰ ਲਾਗਤ ਕਿੰਨੀ ਆ ਗਈ, 4। ਦੇਖ ਲਿਓ ਸੀਮਾਂਤ ਅਵਸਰ ਲਾਗਤ ਕੀ ਹੋ ਰਿਹਾ, ਲਗਾਤਾਰ ਵਧ ਰਹੀ ਹੈ। ਹੁਣ ਕੁਐਸਚਨ ਇਹ ਉੱਠਿਆ ਵੀ ਮੈਂ ਇੱਥੇ 10 ਕਾਰਾਂ ਲੈਣੀਆਂ ਸੀ, ਉਹਦੇ ਵਾਸਤੇ ਮੈਨੂੰ ਇੱਥੋਂ 10 मोटरसाइकिल का नुकसान होया। ਇਹਦੇ ਬਿਲਕੁਲ ਨੀਚੇ ਇੱਕ ਸੇਮ ਟੇਬਲ ਹੋਰ ਬਣਾਉਂਦੇ ਆ, ਉਤਪਾਦਨ ਦੇ ਜੋੜੇ A B C D ਤੇ E। ਇੱਥੇ ਮੋਟਰਸਾਈਕਲ ਲੈ ਲੈਂਦੇ ਆ ਤੇ ਇੱਥੇ ਆਪਾਂ ਕਾਰ ਲੈ ਲੈਂਦੇ ਆ, ਇੱਥੇ ਆਪਾਂ ਅਵਸਰ ਲਾਗਤ ਲੈ ਲੈਂਦੇ ਆ, ਇੱਥੇ ਆਪਾਂ सीमांत अवसर लागत ले लेने। शुरुआत सेम तो करते हैं भी 100 मोटरसाइकिल ਆਪਾਂ ਬਣਾ ਲਿਆ, ਕਾਰ 0 ਹੈ, ਪਹਿਲੇ ਤੇ ਦੋਨੋਂ ਹੀ ਨਹੀਂ ਨਿਕਲਣਗੇ। ਹੁਣ ਮੈਂ ਇੱਥੇ 10 ਕਾਰਾਂ ਬਣਾਉਣੀਆਂ ਨੇ, ਉੱਪਰ ਵੀ 10 ਬਣਾਈਆਂ ਸੀ, ਇੱਥੇ ਵੀ 10 ਬਣਾਉਣੀਆਂ ਨੇ। ਉੱਪਰ 10 ਕਾਰਾਂ ਬਣਾਉਣ ਵਾਸਤੇ ਅਗਰ ਤੁਹਾਨੂੰ ਮੇਰਾ ਪਹਿਲਾ ਲੈਕਚਰ ਯਾਦ ਹੋਵੇ ਤਾਂ ਮੈਂ ਇਹ ਕਿਹਾ ਸੀ ਵੀ ਇੱਥੇ ਆਪਣੇ ਕੋਲ 500 ਬੰਦੇ ਨੇ, ਇੱਧਰ 0 ਹੈ। इधर मैं की किया 50 बंदे लगाए, इधर मैं 450 लगाए, फिर इधर 150, इधर 350, इधर हुण आप हर वारी ज्यादा छड्डने क्यों, क्योंकि आप काम सेम कराना है। मैं क्या सी भी जदों आप ये 50 बंदे तो निकालांगे तो ये वो 50 बंदे होंगे जिन्हां नूं सब तो वधिया कार बनानी आती होएगी, यानी 50 बंदे ही अपने वास्ते 10 कारां बना देंगे। ਤਾਂ 500 ਦੇ ਵਿੱਚੋਂ ਜਿਹੜੇ ਸਭ ਤੋਂ ਵਧੀਆ 50 ਸੀ ਉਹ ਆਪਾਂ ਨਿਕਾਲਦੇ, ਬਾਕੀ ਕਿੰਨੇ ਬਚੇ, 450 ਉਹ ਇੱਧਰ ਲੱਗ ਗਏ। ਅਗਲੀ ਵਾਰੀ ਆਪਾਂ 10 ਕਾਰਾਂ ਹੀ ਹੋਰ ਬਣਵਾਉਣੀਆਂ ਨੇ, ਪਰ ਜਿਹੜੇ ਸਭ ਤੋਂ ਵਧੀਆ 50 ਬੰਦੇ ਕਾਰ ਬਣਾਉਣ ਵਾਲੇ ਸੀ ਉਹ ਤਾਂ ਨਿਕਲ ਗਏ। ਹੁਣ ਜਿਹੜੇ ਬਚੇ ਉਹ ਓਡੇ ਵਧੀਆ ਨਹੀਂ ਹੈਗੇ, ਪਰ ਆਪਾਂ ਕੰਮ ਉਹਨਾਂ ਹੀ ਕਰਾਉਣਾ ਹੈ। ਤਾਂ ਕੀ ਕਰਨਾ ਪਏਗਾ, ਹੁਣ ਆਪਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਬੰਦੇ ਕੱਢਣੇ
ਕੱਢੇ ਸੀ, ਹੁਣ 100 ਕੱਢਨੇ ਪੈਣਗੇ। 450 ਚੋਂ 100 ਹੋਰ ਕੱਢੇ, ਇਧਰ ਕਿੰਨੇ ਬਚ ਗਏ 350, ਟੋਟਲ ਕਿੰਨਾ ਹੈ 500, ਇਧਰ ਕਿੰਨੇ ਲੱਗਣਗੇ 150। 100 ਬੰਦੇ ਕੱਢਦੇ। ਹੁਣ ਇਹ 100 ਕਿਹੜੇ ਹੋਣਗੇ ਜਿਹੜੇ ਥੋੜੇ ਜਿਹਾ ਘੱਟ ਵਧੀਆ ਹੋਣਗੇ, ਯਾਨੀ ਹੁਣ 10 ਕਾਰਾਂ ਨੂੰ 100 ਬੰਦੇ ਬਣਾਣਗੇ। ਪਹਿਲਾਂ 10 ਕਾਰਾਂ ਨੂੰ 50 ਬੰਦੇ ਬਣਾਉਂਦੇ ਵੇ ਸੀ, ਹੁਣ ਮੈਂ ਹੋਰ 10 ਕਾਰਾਂ ਬਣਾਉਣੀ ਹੈ। ਜਿਹੜੇ ਸਭ ਤੋਂ ਵਧੀਆ ਸੀ ਉਹ ਵੀ ਨਿਕਲ ਗਏ, ਜਿਹੜੇ ਉਸ ਤੋਂ ਘੱਟ ਵਧੀਆ ਸੀ ਉਹ ਵੀ ਨਿਕਲ ਗਏ। ਹੁਣ ਆਣਗੇ ਉਸ ਤੋਂ ਘੱਟ ਵਧੀਆ ਕਾਰਾਂ ਉਹਨੀਆਂ ਬਣਾਉਣੀਆਂ ਨੇ। ਹੁਣ ਬੰਦੇ ਕਿੰਨੇ ਕਰਨੇ ਪੈਣਗੇ 150, ਯਾਨੀ ਇਧਰੋਂ 150 ਕੱਢਿਆ ਤਾਂ ਇਧਰ ਕਿੰਨੇ ਬਚ ਗਏ 200, ਇਧਰ ਕਿੰਨੇ ਹੋ ਗਏ 300। ਹੁਣ ਪਹਿਲਾਂ 10 ਕਾਰਾਂ ਨੂੰ 50 ਬੰਦਿਆਂ ਨੇ ਬਣਾਇਆ, ਫਿਰ 10 ਕਾਰਾਂ ਨੂੰ 100 ਬੰਦਿਆਂ ਨੇ ਬਣਾਇਆ, ਫਿਰ ਅਗਲੀਆਂ 10 ਕਾਰਾਂ ਨੂੰ 150 ਨੇ ਬਣਾਇਆ। ਹੁਣ ਮੈਂ 10 ਕਾਰਾਂ ਹੋਰ ਬਣਾਉਣੀਆਂ, ਯਾਨੀ ਹੁਣ ਕਿਹੜੇ ਰਹਿ ਜਾਣਗੇ ਜਿਹੜੇ ਬਿਲਕੁਲ ਹੀ ਰਹਿ ਗਏ ਨੇ। ਹੁਣ ਮੈਂ 10 ਕਾਰਾਂ ਫਿਰ ਬਣਾਉਣੀਆਂ ਨੇ। ਹੁਣ ਇਧਰੋਂ ਕਿੰਨੇ ਕੱਢਨੇ ਪੈਣਗੇ 200, ਜੇ ਇਧਰੋਂ 200 ਕੱਢਦੇ ਇਧਰ ਕਿੰਨੇ ਹੋ ਜਾਣਗੇ 0, ਤੇ ਇਧਰ ਕਿੰਨੇ ਆ ਜਾਣਗੇ 500। 0 ਹੋ ਗਏ, ਉਤਪਾਦਨ ਕੀ ਹੋ ਜਾਏਗਾ 0 ਹੋ ਜਾਏਗਾ। ਹੁਣ ਆਪਾਂ ਇਸੇ ਚੀਜ਼ ਨੂੰ ਇਹਦਾ ਬੇਸ ਬਣਾਵਾਂਗੇ। ਸੋਚੋ ਮੈਂ ਇੱਥੇ 10 ਕਾਰਾਂ ਬਣਾਉਣੀਆਂ ਸੀ ਤਾਂ ਮੈਨੂੰ 50 ਬੰਦੇ ਕੱਢਨੇ ਪਏ। 50 ਬੰਦੇ ਕਿਉਂ ਕੱਢੇ? ਕਿਉਂਕਿ ਮੈਨੂੰ ਲੱਗਿਆ ਕਿ ਜੋ ਮੇਰੇ ਕੋਲ ਟੈਕਨੀਕ ਹੈ ਉਸ ਟੈਕਨੀਕ ਦੇ ਨਾਲ ਮੈਨੂੰ 10 ਕਾਰਾਂ ਬਣਾਉਣ ਵਾਸਤੇ 50 ਬੰਦਿਆਂ ਦੀ ਲੋੜ ਹੈ। ਪਰ ਸੋਚੋ ਜਿਹੜੀ ਮੈਨੂੰ ਟੈਕਨੀਕ ਦਿੱਤੀ ਗਈ ਸੀ, ਅਗਰ ਉਹ ਟੈਕਨੀਕ ਬਹੁਤ ਵਧੀਆ ਹੁੰਦੀ ਤਾਂ ਮੈਨੂੰ ਸ਼ਾਇਦ ਉਹ 10 ਕਾਰਾਂ ਬਣਾਉਣ ਵਾਸਤੇ 50 ਬੰਦਿਆਂ ਦੀ ਲੋੜ ਪੈਂਦੀ ਨਾ। ਕਿਉਂਕਿ ਟੈਕਨੀਕ ਹੀ ਐਡੀ ਐਡਵਾਂਸ ਹੈ ਕਿ ਹੋ ਸਕਦਾ ਹੈ ਵੀ ਉਹ 50 ਬੰਦਿਆਂ ਦੀ ਥਾਂ ਤੇ ਅਗਰ ਇੱਥੇ ਸ਼ੁਰੂਆਤ ਦੇ ਵਿੱਚ ਮੇਰੇ ਕੋਲ 500 ਤੇ ਇੱਧਰ 0 ਸੀ, ਹੋ ਸਕਦਾ ਹੈ ਕਿ ਇੱਥੇ 30 ਬੰਦੇ ਜਿਹੜਾ ਉਹ ਮੇਰਾ ਕੰਮ ਕਰ ਦਿੰਦੇ। ਯਾਨੀ ਇੱਥੇ ਟੈਕਨੀਕ ਐਡੀ ਵਧੀਆ ਨਹੀਂ ਸੀ ਤਾਂ ਮੈਨੂੰ ਕੀ ਕਰਨਾ ਪਿਆ 50 ਬੰਦੇ ਜਿਹੜੇ ਨੇ ਉਹ ਇੱਥੋਂ ਸ਼ਿਫਟ ਕਰਨੇ ਪਏ। ਹੁਣ ਟੈਕਨੀਕ ਬਹੁਤ ਵਧੀਆ ਹੈ ਤਾਂ ਮੈਂ ਕਹਿੰਦਾ 10 ਕਾਰਾਂ ਬਣਾਉਣ ਵਾਸਤੇ ਮੈਨੂੰ 50 ਨਹੀਂ, ਮੈਨੂੰ 30 ਬੰਦੇ ਹੀ ਬਹੁਤ ਨੇ। ਤਾਂ ਹੁਣ ਅਗਰ ਇੱਧਰ 30 ਬੰਦੇ ਗਏ ਤਾਂ ਇੱਧਰ ਕਿੰਨੇ ਬਚੇ 470। ਇੱਧਰ 10 ਬੰਦੇ ਇੱਧਰ ਸੋਚੋ 50 ਬੰਦੇ ਨਿਕਾਲੇ ਸੀ ਤਾਂ 10 ਮੋਟਰਸਾਈਕਲ ਦਾ ਨੁਕਸਾਨ ਹੋਇਆ ਸੀ। ਹੁਣ ਮੈਂ ਬੰਦੇ ਕਿੰਨੇ ਨਿਕਾਲੇ ਨੇ 30, ਯਾਨੀ ਹੁਣ ਇੱਧਰ ਕਿੰਨੇ ਬੰਦੇ ਰਹੇ 470, ਇੱਧਰ ਕਿੰਨੇ ਸੀ 450। 450 ਬੰਦਿਆਂ ਨੇ 90 ਮੋਟਰਸਾਈਕਲ ਬਣਾਏ ਸੀ, ਪਰ ਹੁਣ ਤਾਂ ਬੰਦੇ ਮੇਰੇ ਕੋਲ ਜ਼ਿਆਦਾ ਨੇ, ਯਾਨੀ ਹੁਣ ਕੀ ਕਰਨਗੇ ਜ਼ਿਆਦਾ ਮੋਟਰਸਾਈਕਲ ਬਣਾਉਣਗੇ। ਮੋਟਰਸਾਈਕਲ ਕਿੰਨੇ ਬਣਨਗੇ 92। ਅੰਦਾਜ਼ਾ ਕਰ ਲਓ। ਹੁਣ ਸੋਚੋ ਇੱਥੇ ਮੈਂ 10 ਵਾਸਤੇ ਕਿੰਨੇ ਛੱਡੇ 8, ਤਾਂ ਅਵਸਰ ਲਾਗਤ ਕਿੰਨੀ ਆ ਗਈ 8। ਹੁਣ ਅੱਗੇ ਮੈਂ ਕੀ ਕਰਨਾ ਹੈ, ਮੈਂ ਇੱਥੇ 10 ਕਾਰਾਂ ਹੋਰ ਬਣਾਉਣੀਆਂ ਨੇ। ਇਹ ਪਤਾ ਹੈ ਪਿਛਲੀ ਵਾਰ ਇਹਨਾਂ ਨਾਲੋਂ ਜ਼ਿਆਦਾ ਛੱਡਨੇ ਪੈਣਗੇ। ਸਪੋਜ਼ ਕਰੋ ਮੈਂ ਅਗਲੀ ਵਾਰੀ 40 ਛੱਡਦੇ ਤਾਂ ਹੁਣ ਇੱਧਰ ਕਿੰਨੇ ਬਚ ਗਏ। ਹੁਣ ਜੇ ਇਹਨਾਂ 40 ਨਿਕਾਲੇ ਤਾਂ ਹੁਣ ਸੋਚੋ ਕਿ ਇੱਧਰ 470 ਸੀ, ਇੱਧਰ 30 ਸੀ, ਟੋਟਲ 500। ਇੱਧਰ ਮੈਂ ਹੁਣ 40 ਬੰਦੇ ਹੋਰ ਲੈ ਕੇ ਜਾਣੇ ਨੇ, ਇੱਧਰ ਕਿੰਨੇ ਹੋ ਜਾਣਗੇ 70। ਇੱਧਰ ਕਿੰਨੇ ਬਚ ਗਏ ਮੇਰੇ ਕੋਲ 430। 350 ਬੰਦੇ ਜਿਹੜੇ ਨੇ ਉਹ ਕਿੰਨੇ ਮੋਟਰਸਾਈਕਲ ਬਣਾ ਰਹੇ ਸੀ 70, ਪਰ ਹੁਣ ਮੇਰੇ ਕੋਲ ਇੱਥੇ 350 ਦੇ ਮੁਕਾਬਲੇ ਕਿੰਨਾ ਹੈ 430 ਬੰਦੇ ਜ਼ਿਆਦਾ ਨੇ, ਯਾਨੀ ਮੋਟਰਸਾਈਕਲ ਕਿੰਨੇ ਬਣਨਗੇ ਜ਼ਿਆਦਾ ਬਣਨਗੇ। ਮੰਨ ਲਓ ਮੋਟਰਸਾਈਕਲ ਬਣਨਗੇ 82। ਹੁਣ 10 ਪਿੱਛੇ ਕਿੰਨੇ ਛੱਡੇ 10, ਤਾਂ ਅਵਸਰ ਲਾਗਤ ਕਿੰਨੀ ਆ ਗਈ 10। ਐਵੇਂ ਆਪਾਂ ਅੱਗੇ ਵੀ ਚੱਲ ਸਕਦੇ ਹਾਂ। ਹੁਣ ਸੋਚੋ ਕਿ ਇੱਥੇ ਹੁਣ ਜੋ ਆਪਾਂ ਸੀਮਾਂਤ ਅਵਸਰ ਲਾਗਤ ਨਿਕਾਲੇ ਉਹ ਕੀ ਹੈ ਉਤਪਾਦਨ ਵਿੱਚ ਹੋਣ ਵਾਲੀ ਕਮੀ। ਕਮੀ ਕਿੰਨੀ ਹੋਈ 8 ਦੀ, ਵਾਧਾ ਕਿੰਨਾ ਹੋਇਆ 10 ਦਾ। ਸੀਮਾਂਤ ਅਵਸਰ ਲਾਗਤ ਕਿੰਨੀ ਆਈ 0.8। ਇੱਥੇ ਵਾਧਾ ਹੋਇਆ 10 ਦਾ, ਕਮੀ ਹੋਈ 10 ਦੀ, 10/10 ਆਨਸਰ ਕਿੰਨਾ ਆਇਆ 1। ਯਾਨੀ ਉੱਪਰ ਵਾਲੇ ਟੇਬਲ 'ਚ ਜਿੱਥੇ 1 ਸੀ ਉੱਥੇ 0.8 ਹੋ ਗਿਆ, ਜਿੱਥੇ 2 ਸੀ ਉੱਥੇ 1 ਹੋ ਗਿਆ, ਯਾਨੀ ਸੀਮਾਂਤ ਅਵਸਰ ਲਾਗਤ ਜਿਹੜੀ ਉਹ ਕੀ ਹੋ ਗਿਆ ਘਟ ਗਈ। ਮਤਲਬ ਕਿਉਂਕਿ ਟੈਕਨੀਕ ਦਾ ਪੱਧਰ ਬੜਾ ਵਧੀਆ ਸੀ ਤਾਂ ਮੈਨੂੰ ਓਨੀ ਮਾਤਰਾ ਦੇ ਵਿੱਚ ਚੀਜ਼ਾਂ ਨਹੀਂ ਛੱਡਣੀਆਂ ਪਈਆਂ। ਇੱਕ ਚੀਜ਼ ਜਿਹੜੀ ਆਪਾਂ ਹੁਣ ਹੋਰ ਕਰਨ ਜਾ ਰਹੇ ਹਾਂ ਉਹ ਇਹੀ ਹੈ ਵੀ ਸੀਮਾਂਤ ਅਵਸਰ ਲਾਗਤ ਕਿੰਨੀ ਹੋਏਗੀ। ਇਹ ਇਸ ਗੱਲ ਤੇ ਡਿਪੈਂਡ ਕਰਦਾ ਹੈ ਵੀ ਤੁਹਾਡੀ ਟੈਕਨੀਕ ਦਾ ਪੱਧਰ ਜਿਹੜਾ ਹੈ ਉਹ ਕਿੰਨਾ ਕੁ ਚੰਗਾ ਹੈ। ਜਿੰਨੀ ਟੈਕਨੀਕ ਜ਼ਿਆਦਾ ਵਧੀਆ ਹੋਏਗੀ ਉਨਾ ਹੀ ਤੁਹਾਨੂੰ ਤਿਆਗ ਘੱਟ ਕਰਨਾ ਪਏਗਾ, ਉਨੀਆਂ ਹੀ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਘੱਟ ਛੱਡਣੀਆਂ ਪੈਣਗੀਆਂ। ਸੀਮਾਂਤ ਅਵਸਰ ਲਾਗਤ ਉਨੀ ਹੀ ਕੀ ਹੋਏਗਾ ਘੱਟ ਹੋਏਗੀ। ਯਾਨੀ ਸੀਮਾਂਤ ਅਵਸਰ ਲਾਗਤ ਕਿੰਨੇ ਤੇ ਡਿਪੈਂਡ ਕਰਦੀ ਹੈ ਟੈਕਨੀਕ ਦੇ ਉੱਪਰ ਡਿਪੈਂਡ ਕਰਦੀ ਹੈ। ਹੁਣ ਵਾਪਸ ਆਪਾਂ ਆਪਣੀ ਉਤਪਾਦਨ ਸੰਭਾਵਨਾ ਵਕਰ ਜਿਹੜੀ ਹੈ ਉਹਦੇ ਤੇ ਆ ਜਾਂਦੇ ਹਾਂ। ਹੁਣ ਧਿਆਨ ਨਾਲ ਸੋਚੋ ਵੀ ਆਪਾਂ ਇਹ ਕਿਹਾ ਸੀ
भी अगर अपनी उत्पादन संभावना वक्र है ता इधर है वस्तु y, इधर है वस्तु x, x एक्सिस आ गया, y एक्सिस आ गया। आ चीज है अपनी उत्पादन संभावना वक्र AB। शुरुआत ਦੇ ਵਿੱਚ ਆਪਾਂ C ਪੁਆਇੰਟ ਤੇ ਆ x x1 y y1 ਆਪਾਂ ਆ C ਪੁਆਇੰਟ ਲੈ ਲਿਆ। ਆਪਾਂ y ਵਧਾਈ y2 ਤੇ ਗਏ, ਉਹਦੇ ਮੁਤਾਬਿਕ ਆਪਾਂ x ਘਟਾਤੀ ਤਾਂ x2 ਤੇ ਆ ਗਏ, ਆ ਲਿਆ ਆ ਛੱਡਿਆ ਤਾਂ सीमांत अवसर लागत कितने बराबर है जो छड्या बटा जो लिया ता सीमांत अवसर लागत कितने बराबर होगी जो छड्या, छड्या की है x1 x2, लिया की है y1 y2, तो आ की होगी अपनी सीमांत अवसर लागत होगी। हुन अगर आप ध्यान नाल सोचिए भी अगर ये ए ना हुंदा, अगर आप एक होर उत्पादन संभावना वक्र बना लिए इथे इधर आप उਵੇਂ ही वस्तु x ले लेने आ, ऐसे आप वस्तु y ले लेने आ। हुन जे मेरी उत्पादन संभावना वक्र है वो आ है इस तरह की है। अगर आप चाहिए तो दोनों डायग्राम ਨੂੰ ਆਪਾਂ पैरेलल भी बना सकते हैं। किਵੇਂ बना सकते हैं ਇਹਨੂੰ ਆਪਾਂ ਇੱਕ ਹੋਰ ਤਰੀਕੇ ਨਾਲ ਆਪਾਂ ਸਮਝਾਂਗੇ। ਹੁਣ ਆਪਾਂ ਕੀ ਕਰਦੇ ਆ दोनों पैरेलल डायग्राम यूज करते हैं। पैरेलल डायग्राम्स ਕਿਹੜੀਆਂ ਹੁੰਦੀਆਂ ਨੇ ਜਿਹੜੀਆਂ या तो आमने सामने बनदियां ने या ऊपर नीचे बनदियां ने। ਤਾਂ सोच के देखो भी इधर वस्तु y है, इधर वस्तु x है, ਉਹਦੇ बिल्कुल नीचे ਹੁਣ पैरेलल बन रहे इधर भी वस्तु x है ते इधर वस्तु y है। आ मेरी पहली उत्पादन संभावना वक्र है a b, ਜਿਹੜੀ दूसरी है मेरी उत्पादन संभावना वक्र वो a है a b। अगर ਤੁਸੀਂ देखो तो दोनों ਦੀ ढलान अलग अलग है, ਇਹਦੀ ढलान ਇਹਦੀ ढलान। ਹੁਣ ਸੋਚਿਆ ਜਾਏ ਤਾਂ ਦੋਨਾਂ ਚ ढलान ਕਿੰਨੀ ਜ਼ਿਆਦਾ ਹੈ ਕਿਵੇਂ ਪਤਾ ਲੱਗੇਗਾ। ਸੋਚੋ ਕਿ ਤੁਸੀਂ ਛੋਟੇ ਹੁੰਦੇ ਝੂਲੇ ਲੈਂਦੇ ਹੁੰਦੇ ਸੀ, ਇੱਕ ਝੂਲਾ ਹੁੰਦਾ ਹੈ ਜੋ ਇਸ ਤਰ੍ਹਾਂ ਹੁੰਦਾ ਹੈ, ਬੱਚਾ ਇੱਥੋਂ ਬੈਠੇਗਾ ਸਿੱਧਾ ਨੀਚੇ ਆਏਗਾ, ਇੱਕ ਝੂਲਾ ਇਸ ਤਰ੍ਹਾਂ ਦਾ ਹੈ। ਹੁਣ ਅਗਰ ਇਹ ਦੋ ਝੂਲੇ ਨੇ ਤਾਂ ਇਹਦੇ ਚੋਂ ਕਿਹੜਾ ਬੱਚਾ ਪਹਿਲਾਂ ਥੱਲੇ ਆਏਗਾ, ਇਹ ਵਾਲਾ। क्यों? क्योंकि इनकी ढलान की है ज्यादा है, इनकी ढलान घट है। अगर ए हुंदा तो मैं कहूंगा ढलान की है 0। ता हुन आ एक आ वक्र है, ए आ वक्र है, तुसी इहनू झूला समझ लो। एक बच्चा इत्थों बैठेगा तो ए आएगा, एक बच्चा इत्थों बैठेगा तो ए आएगा, यानी इनकी ढलान की है ज्यादा है, इनकी ढलान की है घट। शुरुआत दे विच आपां इत्थे हैगे x x1 ले रहे हां, जो हेठा वाली डायग्राम चलिया वही आप ऊपर वाली डायग्राम चले लेने आ ताकि दोनों डायग्राम पैरेलल चलन। इधर भी x x1 है, n के मुताबिक y y1 है ते n के मुताबिक y y1 है। दोनों च ਆਪਾਂ ਕੀ ਕਰਦੇ ਆ ਆਪਾਂ ਇੱਥੇ x ਜਿਹੜਾ ਹੈ ਉਹਨੂੰ ਘਟਾ ਦਿੰਦੇ ਆ, x ਨੂੰ ਘਟਾ ਕੇ ਆਪਾਂ x2 ਕਰਤਾ, ਇੱਧਰ ਚਲੇ ਗਏ, ਜਿੰਨਾ ਇੱਧਰ x ਘਟਾਇਆ ਸੀ ਉਨਾ ਹੀ ਇੱਧਰ x ਘਟਾਤਾ। ਤਾਂ ਆਪਾਂ ਇਹਦੇ ਮੁਤਾਬਿਕ ਇੱਥੇ ਆ ਗਏ, ਆ y2 ਤੇ ਆ ਗਏ, ਤਾਂ ਇਹਦੇ ਮੁਤਾਬਿਕ ਇੱਥੇ ਆਪਾਂ y2 ਤੇ ਆ ਗਏ, ਇੱਥੇ ਇੰਨਾ x ਛੱਡਿਆ, ਇੱਥੇ ਵੀ ਇੰਨਾ x ਛੱਡਿਆ, x ਦੋਨਾਂ ਚ ਆਪਾਂ ਸੇਮ ਛੱਡਿਆ। ਇੱਧਰ ਆਪਾਂ ਨੂੰ ਇੰਨਾ y ਮਿਲਿਆ, ਇੱਧਰ ਆਪਾਂ ਨੂੰ ਇੰਨਾ y ਮਿਲਿਆ। ਯਾਨੀ ਅਗਰ ਆਪਾਂ ਇੱਥੇ ਪਹਿਲਾਂ ਕਰ ਦਈਏ ਇਹ ਪਹਿਲਾਂ ਇੱਥੇ 30 ਸੀ, ਇੱਥੇ 20 ਹੈ, ਇੱਥੇ ਵੀ 30 ਸੀ, ਇੱਥੇ 20 ਹੈ, ਤਾਂ ਆਪਾਂ ਦੇਖੀਏ कि सीमांत अवसर लागत उत्पादन विच होने वाली कमी, कमी कितनी हुई 10 दी बटा उत्पादन च होने वाला वाधा, ए पहला 40 सी, ए 50 सी, ए 40 सी, होने तो छोटा जिहा इत्थे कितना हो गया 42, तां नीचे जेड़ा वाधा होया वो कितने दा होया 10 दा। तां सीमांत अवसर लागत कितनी 1। हुन ऊपर कमी कितनी हुई 10 दी पर वाधा कितना होया सिर्फ 2 दा, तां सीमांत अवसर लागत कितनी 5 दी। क्योंकि दोनों दी ढलान इस करके अलग अलग है क्योंकि दोनों दी सीमांत अवसर लागत अलग अलग है। हुन सोचो भी इत्थे मैनू इत्थे 10 x छड्डने पे उनदे बदले 10 y मिल गए, इधर छड्डे तां
मैं 10 ਸੀ x ਪਰ y ਕਿੰਨੇ ਮਿਲੇ ਸਿਰਫ 2 ਮਿਲੇ ਹੋ ਸਕਦਾ ਹੈ ਵੀ ਜੋ ਇੱਧਰ ਆਪਾਂ x ਛੱਡ ਰਹੇ ਹਾਂ ਉੱਥੇ ਜਿਹੜੀ y ਦੀ ਟੈਕਨੀਕ ਹੈ ਉਹ ਬਹੁਤ ਵਧੀਆ ਹੋਵੇ ਤਾਂ 10x ਛੱਡਣ ਆਪਾਂ ਨੂੰ 10 ਹੀ y ਮਿਲ ਗਏ ਇੱਧਰ ਟੈਕਨੀਕ ਉਹਦੀ ਚੰਗੀ ਨਾ ਹੋਵੇ ਤਾਂ 10x ਛੱਡਣਾ y ਸਿਰਫ ਆਪਾਂ ਨੂੰ 2 ਹੀ ਮਿਲਣ मतलब जो सीमांत अवसर लागत है वो किंदे ते निर्भर करती है तकनीक ते निर्भर करती है एक चीज होर लेने वास्ते दूजी चीज आपां नू किन्नी छड्डनी पएगी यानी कि सीमांत अवसर लागत किन्नी होएगी वो इस गल ते डिपेंड करदा है भी जेड़ी चीज तुसी बनाने जा रहे हो उनदे वास्ते वरती जाने वाली तकनीक किड्डी को वधिया है जिन्नी तकनीक ज्यादा वधिया होएगी उन्ना ही तुहानू घट छड्डना पेगा सीमांत अवसर लागत उन्नी घट होएगी जिन्नी तकनीक माड़ी होएगी उन्ने ही लोग की तुहानू ज्यादा छड्डने पैणगे मतलब सीमांत अवसर लागत उन्नी ही ज्यादा होएगी यानी उन दो चीजां होंदियां अपने कोल पहला भी जेड़ी उत्पादन संभावना वक्र दी ढलान है वो किंदे ते निर्भर करदी है सीमांत अवसर लागत ते सीमांत अवसर लागत किंदे ते निर्भर करदी है तकनीक ते जे तकनीक चेंज होएगी ताही सीमांत अवसर लागत चेंज होएगी ताही की होएगा ढलान चेंज होएगी जिन्नी देर तक तकनीक नहीं बदलदी उन्नी देर तक सीमांत अवसर लागत ने नहीं बदलना उन्नी देर तक ढलान ने भी नहीं बदलना ये क्यों कराया गया ਜਦੋਂ ਆਪਾਂ ਉਤਪਾਦਨ ਸੰਭਾਵਨਾ ਵਕਰ ਵਿੱਚ ਹੋਣ ਵਾਲੇ ਬਦਲਾਵ ਦੇਖਾਂਗੇ ਉਦੋਂ ਆਪਾਂ ਨੂੰ ਇਸ ਚੀਜ਼ ਦੀ ਲੋੜ ਪਏਗੀ ਕਿਵੇਂ ਲੋੜ ਪਏਗੀ ਉਹ ਆਪਾਂ ਆਪਣੇ ਅਗਲੇ ਲੈਕਚਰ ਵਿੱਚ ਦੇਖਾਂਗੇ ਜੋ ਕਿ ਹੈ ਆਪਣਾ ਉਤਪਾਦਨ ਸੰਭਾਵਨਾ